Hello students, with next video of the structure of performa of profit and loss statement, income statement. ਕੰਪਨੀ ਦੀ ਜਦੋਂ ਵੀ ਅਸੀਂ ਇਨਕਮ ਸਟੇਟਮੈਂਟ ਕ੍ਰੀਏਟ ਕਰਦੇ ਹਾਂ ਇਹਦਾ ਪਰਫਾਰਮਾ ਕੁਝ ਹੋਰ ਹੈ ਜੋ ਆਪਾਂ ਪਹਿਲਾਂ ਇਨਕਮ ਸਟੇਟਮੈਂਟਸ ਕ੍ਰੀਏਟ ਕੀਤੀਆਂ ਨੇ ਪ੍ਰੋਫਿਟ ਐਂਡ ਲਾਸ ਅਕਾਊਂਟ ਆਫ ਦਾ ਪਾਰਟਨਰਸ਼ਿਪ ਜਾਂ ਸੋਲ ਪ੍ਰੋਪਰਾਈਟਰ ਉਹਦੇ ਵਿੱਚ ਅਸੀਂ ਪਹਿਲਾਂ ਟ੍ਰੇਡਿੰਗ ਅਕਾਊਂਟ ਫਿਰ ਪ੍ਰੋਫਿਟ ਐਂਡ ਲਾਸ ਅਕਾਊਂਟ ਪ੍ਰਿਪੇਅਰ ਕਰਦੇ ਹਾਂ ਜਿਹਦੇ ਵਿੱਚੋਂ ਗੈਟ ਆਪਾਂ ਨੂੰ ਮਿਲਦਾ ਨੈਟ ਪ੍ਰੋਫਿਟ ਜਾਂ ਗ੍ਰੋਸ ਪ੍ਰੋਫਿਟ। ਠੀਕ ਹੈ, ਹੁਣ ਇਹ ਇਨਕਮ ਸਟੇਟਮੈਂਟ ਹੈ ਕੰਪਨੀ ਦੀ ਪ੍ਰੋਫਿਟ ਐਂਡ ਲਾਸ ਸਟੇਟਮੈਂਟ ਕੰਪਨੀ ਦਾ ਜਿਹਨੂੰ ਆਪਾਂ ਕਿਹਾ ਗਿਆ ਜੋ ਤੁਸੀਂ ਆਲਰੇਡੀ +2 ਦੇ ਵਿੱਚ ਰੀਡ ਕਰ ਚੁੱਕੇ ਹੋ ਬੇਟਾ। ਇਹਦੇ ਵਿੱਚ ਥੋੜੀ ਜ਼ਿਆਦਾ ਡਿਟੇਲ ਦੇ ਵਿੱਚ ਹੈ ਲੇਕਿਨ ਅਗਰ ਤੁਸੀਂ ਕਰਨਾ ਚਾਹੁੰਦੇ ਹੋ ਤਾਂ +2 ਦੀ ਬੁੱਕ ਦੇ ਵਿੱਚੋਂ ਹੀ ਤੁਸੀਂ ਆਪਣਾ ਪਰਫਾਰਮਾ ਜਿਹੜਾ ਹੈਗਾ ਉਹ ਲਰਨ ਕਰ ਸਕਦੇ ਹੋ। ਠੀਕ ਹੈ, ਇਹਦੇ ਵਿੱਚ ਸੇਮ ਪ੍ਰੋਸੀਜਰ ਹੈ ਬਟ ਕੁਝ ਆਈਟਮਸ ਥੋੜਾ ਜ਼ਿਆਦਾ ਡਿਟੇਲ ਦੇ ਵਿੱਚ ਦਿੱਤਾ ਗਿਆ ਹੈ। ਸਭ ਤੋਂ ਪਹਿਲਾਂ ਆਪਾਂ ਜਦੋਂ ਇਨਕਮ ਸਟੇਟਮੈਂਟ ਪ੍ਰਿਪੇਅਰ ਕਰਨੀ ਹੈ ਪਹਿਲਾਂ ਰੈਵਨਿਊ ਫਰੋਮ ਆਪਰੇਸ਼ਨਸ। ਠੀਕ ਹੈ, ਰੈਵਨਿਊ ਫਰੋਮ ਆਪਰੇਸ਼ਨ ਮੀਨਸ ਇਨਕਮ ਜੋ ਤੁਹਾਡੀ ਇਨਕਮ ਹੈ ਉੱਪਰ ਪਹਿਲਾਂ ਇਨਕਮਸ ਆਉਣਗੀਆਂ ਫਿਰ ਨੀਚੇ ਐਕਸਪੈਂਸਿਸ ਆਉਣਗੇ ਦੈਨ ਉਸ ਤੋਂ ਬਾਅਦ ਆਪਾਂ ਪ੍ਰੋਫਿਟਸ ਜਿਹੜੇ ਹੈਗੇ ਉਹ ਲਵਾਂਗੇ। ਇਨਕਮਸ ਦੇ ਵਿੱਚ ਰੈਵਨਿਊ ਫਰੋਮ ਇਨਕਮ ਦੇ ਵਿੱਚ ਸੇਲਸ ਆ ਗਈਆਂ ਤੁਹਾਡੀਆਂ। ਠੀਕ ਹੈ, ਮਤਲਬ ਜੋ ਵੀ ਤੁਸੀਂ ਇਨਕਮ ਜਨਰੇਟ ਹੋ ਰਹੀ ਹੈ ਜਿਵੇਂ ਦੇਖੋ ਬੇਟਾ ਇਹਨਾਂ ਨੇ ਇਹਦੇ ਵਿੱਚ ਦਿੱਤਾ ਹੈ ਰੈਵਨਿਊ ਫਰੋਮ ਆਪਰੇਸ਼ਨਸ ਦੈਨ ਅਦਰ ਇਨਕਮ। ਠੀਕ ਹੈ, ਅਦਰ ਇਨਕਮ ਨੂੰ ਐਡ ਕਰਕੇ ਆਪਣੇ ਕੋਲ ਹੋਊਗਾ ਟੋਟਲ ਰੈਵਨਿਊ। ਟੋਟਲ ਰੈਵਨਿਊ ਤੋਂ ਬਾਅਦ ਨੈਕਸਟ ਜਿਹੜਾ ਤੁਹਾਡਾ ਹੈਡਿੰਗ ਆ ਜਾਂਦਾ ਉਹ ਐਕਸਪੈਂਸਿਸ ਹੈ। ਐਕਸਪੈਂਸਿਸ ਦੇ ਵਿੱਚ ਸਾਰੇ ਮਲਟੀਪਲ ਹੈਡਿੰਗਸ ਆ ਗਏ ਚਾਹੇ ਉਹ ਮਟੀਰੀਅਲ ਕੰਜ਼ਿਊਮਡ ਹੈ, ਪਰਚੇਜ਼ਿਸ ਹੈ, ਚੇਂਜ ਇਨ ਸਟਾਕ ਹੈ। ਠੀਕ ਹੈ, ਫਾਈਨੈਂਸ਼ੀਅਲ ਕਾਸਟ ਹੈ, EMPLOYee ਬੈਨੀਫਿਟ ਐਕਸਪੈਂਸਿਸ ਹੈ। ਠੀਕ ਹੈ, ਡੈਪਰੀਸੀਏਸ਼ਨ, ਅਦਰ ਐਕਸਪੈਂਸਿਸ ਸਾਰੇ ਐਕਸਪੈਂਸਿਸ ਦੇ ਵਿੱਚ ਅਸੀਂ ਇੰਕਲੂਡ ਕਰਾਂਗੇ ਔਰ ਟੋਟਲ ਐਕਸਪੈਂਸਿਸ ਬਣ ਜਾਣਗੇ। ਠੀਕ ਹੈ, ਟੋਟਲ ਐਕਸਪੈਂਸਿਸ ਦੇ ਆਪਾਂ ਫਿਰ ਲੈਣਾ ਹੁੰਦਾ ਪ੍ਰੋਫਿਟ ਬਿਫੋਰ ਟੈਕਸ। ਠੀਕ ਹੈ, ਮਤਲਬ ਇਹਦੇ ਵਿੱਚ ਤੁਸੀਂ 2 ਹੈਡਿੰਗਸ ਇਹਦੇ ਵਿੱਚ ਜ਼ਿਆਦਾ ਲਿਖੇ ਹੈ ਫਰੋਮ ਐਕਸਟਰਾਆਰਡਨਰੀ ਆਈਟਮਸ ਜਾਂ ਐਕਸੈਪਸ਼ਨਲ ਹੈਡਿੰਗ। ਠੀਕ ਹੈ, ਆਪਾਂ ਸਿੱਧਾ +2 ਦੇ ਵਿੱਚ ਕੀ ਕਰਦੇ ਸੀ ਪ੍ਰੋਫਿਟ ਬਿਫੋਰ ਟੈਕਸ ਕਿ ਆਪਾਂ ਟੋਟਲ ਐਕਸਪੈਂਡੀਚਰ ਦੇ ਵਿੱਚੋਂ ਟੋਟਲ ਇਨਕਮ ਦੇ ਵਿੱਚੋਂ ਟੋਟਲ ਐਕਸਪੈਂਡੀਚਰ ਮਾਈਨਸ ਕਰਦੇ ਸੀ ਤਾਂ ਆਪਣੇ ਕੋਲ ਕੀ ਆ ਜਾਂਦੇ ਸੀ ਪ੍ਰੋਫਿਟ ਬਿਫੋਰ ਟੈਕਸ। ਫਿਰ ਗਿਵਨ ਟੈਕਸ ਰੇਟ ਆਪਾਂ ਲਗਾ ਦਿੰਦੇ ਹਾਂ। ਠੀਕ ਹੈ, ਟੈਕਸ ਦੇ ਉੱਪਰ ਰੇਟ ਲਗਾ ਕੇ ਉਸ ਤੋਂ ਬਾਅਦ ਜੋ ਆਪਾਂ ਨੂੰ ਹੁੰਦਾ ਸੀ ਦੈਟ ਇਜ਼ ਦਾ ਪ੍ਰੋਫਿਟ ਆਫਟਰ ਟੈਕਸ। ਠੀਕ ਹੈ, ਤਾਂ ਹੁਣ ਇਹਦੀ ਬਹੁਤ ਜ਼ਿਆਦਾ ਡਿਟੇਲ ਤਾਂ ਨਹੀਂ ਗਿਵਨ ਹੈ +2 ਦੀ ਬੁੱਕ ਦੇ ਵਿੱਚ ਵੀ ਤੁਹਾਨੂੰ ਦਿੱਤੀ ਹੋਏਗੀ। ਤਾਂ ਰੈਵਨਿਊ ਦੇ ਵਿੱਚ ਤੁਸੀਂ ਕੀ ਇੰਕਲੂਡ ਕਰ ਸਕਦੇ ਹੋ ਜਦੋਂ ਅੰਡਰ ਦਾ ਹੈਡਿੰਗ ਆਫ ਰੈਵਨਿਊ ਸੇਲ ਆਫ ਪ੍ਰੋਡਕਟ, ਸੇਲ ਆਫ ਸਰਵਿਸਿਜ਼, ਅਦਰ ਆਪਰੇਟਿੰਗ ਰੈਵਨਿਊ, ਐਕਸਾਈਜ਼ ਡਿਊਟੀ। ਠੀਕ ਹੈ, ਔਰ ਇਹਦੇ ਵਿੱਚ ਜਿਹੜੀਆਂ ਇਨਕਮਸ ਹੋਰ ਤੁਹਾਡੀਆਂ ਅਦਰ ਇਨਕਮਸ ਦੇ ਵਿੱਚ ਕੋਈ ਵੀ ਇਨਕਮ ਹੋ ਗਿਆ, ਇੰਟਰਸਟ ਇਨਕਮ ਹੋ ਗਈ, ਡਿਵੀਡੈਂਡ ਇਨਕਮ ਹੋ ਗਈ, ਨੈਟ ਗੇਨ, ਨੈਟ ਲਾਸ ਆਫ ਦਾ ਸੇਲ ਆਫ ਇਨਵੈਸਟਮੈਂਟ, ਅਦਰ ਨॉन ਆਪਰੇਟਿੰਗ ਇਨਕਮਸ, ਇਹ ਸਾਰੀਆਂ ਤੁਹਾਡੀਆਂ ਟੋਟਲ ਰੈਵਨਿਊ ਦੇ ਵਿੱਚ ਇੰਕਲੂਡ ਹੋ ਜਾਣਗੀਆਂ। ਉਸ ਤੋਂ ਬਾਅਦ ਜਿਹੜੇ ਤੁਸੀਂ ਐਕਸਪੈਂਸਿਸ ਲੈਣੇ ਹੈ ਉਹ ਵੀ ਐਕਸਪੈਂਸਿਸ ਜਿਵੇਂ EMPLOYee ਬੈਨੀਫਿਟ ਐਕਸਪੈਂਸਿਸ, ਮਟੀਰੀਅਲ ਕੰਜ਼ਿਊਮਡ, ਡੈਪਰੀਸੀਏਸ਼ਨ, ਇੰਟਰਸਟ ਇਨਕਮ। ਠੀਕ ਹੈ, ਐਕਸਪੈਂਸਿਸ ਇਹ ਸਾਰੇ ਐਕਸਪੈਂਸਿਸ ਨੂੰ ਤੁਸੀਂ ਮਾਈਨਸ ਕਰਨਾ ਹੈਗਾ ਏ ਕਿਹਦੇ ਵਿੱਚੋਂ ਟੋਟਲ ਰੈਵਨਿਊ ਦੇ ਵਿੱਚੋਂ। ਟੋਟਲ ਰੈਵਨਿਊ ਮਾਈਨਸ ਟੋਟਲ ਐਕਸਪੈਂਡੀਚਰ ਇਜ਼ ਇਕੁਅਲ ਟੂ ਦਾ ਪ੍ਰੋਫਿਟ ਬਿਫੋਰ ਟੈਕਸ ਆਫਟਰ दैट टैक्स माइनस करके प्रॉफिट आफ्टर टैक्स। ठीक है, बार बार फिर कह रही हैं +2 की बुक ਦੇ ਵਿੱਚ ਪਰਫਾਰਮਾ ਥੋੜਾ ਈਜ਼ੀ ਹੈ ਉਹਦੇ ਵਿੱਚੋਂ ਲਰਨ ਕਰ ਲੈਣਾ। ਠੀਕ ਹੈ ਬੇਟੇ, ਨੈਕਸਟ ਆਪਣੇ ਕੋਲ ਟੌਪਿਕ ਆਂਦਾ ਹੈ ਕਰੈਕਟਰਿਸਟਿਕਸ ਆਫ ਆਈਡੀਅਲ ਫਾਈਨੈਂਸ਼ੀਅਲ ਸਟੇਟਮੈਂਟ ਵਿਚ ਇਜ਼ ਵੈਰੀ ਈਜ਼ੀ। ਹੁਣ ਦੇਖੋ ਫਾਈਨੈਂਸ਼ੀਅਲ ਸਟੇਟਮੈਂਟ ਤੁਹਾਨੂੰ ਪਤਾ ਲੱਗ ਗਈਆਂ ਕੀ ਹੁੰਦੀਆਂ ਨੇ ਕਿ ਜਿਨ੍ਹਾਂ ਤੋਂ ਆਪਾਂ ਨੂੰ ਐਂਡ ਰਿਜ਼ਲਟਸ ਮਿਲਦੇ ਆ ਪੂਰੇ ਸਾਲ ਦੇ ਜੋ ਅਸੀਂ ਕੰਮ ਕੀਤਾ ਉਹਦਾ ਜੋ ਸਾਨੂੰ ਨਿਚੋੜ ਹੈਗਾ ਏ ਉਹ ਫਾਈਨੈਂਸ਼ੀਅਲ ਸਟੇਟਮੈਂਟ ਤੋਂ ਮਿਲਦਾ ਹੈ। ਤਾਂ ਇਹ ਕਿਸ ਤਰ੍ਹਾਂ ਦੀਆਂ ਹੋਣੀਆਂ ਚਾਹੀਦੀਆਂ ਨੇ ਇਹਦੇ ਕਰੈਕਟਰਿਸਟਿਕਸ ਆਪਾਂ ਨੂੰ ਦੱਸ ਰਹੇ ਨੇ। ਨੰਬਰ 1 डिपिक्ट द ट्रू फाइनैंशियल पोजीशनस। मतलब की है कि जो भी आप फाइनैंशियल स्टेटमेंट तैयार करते हो बिल्कुल ट्रू फैक्ट्स के उत्ते होनी चाहिए है कि जो फाइनैंशियल स्टेटमेंट है वो इंफॉर्मेशन ट्रू होना चाहिए। कुछ भी आइडिया के नाल आपां नूं वैल्यूज़ नहीं लैनियां चाहिए ताकि फाइनैंशियल पोजीशन सही पता चल सके। ठीक है, उस तो बाद इफेक्टिव ਪ੍ਰੈਜੈਂਟੇਸ਼ਨ ਜੋ ਅਸੀਂ ਇਹ ਫਾਈਨੈਂਸ਼ੀਅਲ ਸਟੇਟਮੈਂਟ ਤਿਆਰ ਕੀਤੀ ਹੈ ਉਹਨੂੰ ਇਸ ਤਰ੍ਹਾਂ ਤਿਆਰ ਹੋਣਾ ਚਾਹੀਦਾ ਕਰਨਾ ਚਾਹੀਦਾ ਹੈ ਕਿ ਉਹਨੂੰ ਦੇਖ ਕੇ ਬੜੇ ਆਸਾਨੀ ਦੇ ਨਾਲ ਸਮਝਿਆ ਜਾ ਸਕੇ, ਪ੍ਰੈਜੈਂਟੇਬਲ ਹੋਣੀ ਚਾਹੀਦੀ ਹੈ। ਠੀਕ ਹੈ, ਨੰਬਰ 3 ਇਜ਼ ਰੈਲੇਵੈਂਸ ਮਤਲਬ ਕਿ ਟੂ ਦਾ ਪੁਆਇੰਟ ਔਰ ਜਿਹਦੇ ਤੇ ਅਸੀਂ ਜੋ ਆਪਣੇ ਆਬਜੈਕਟ ਹੈ ਉਹਨਾਂ ਦੇ ਰੈਲੇਵੈਂਟ ਹੋਣੀ ਚਾਹੀਦੀ ਹੈ। ਠੀਕ ਹੈ, ਕਿ ਜੋ ਆਪਾਂ ਉਸ ਤੋਂ ਦੇਖਣਾ ਚਾਹੁੰਦੇ ਹਾਂ ਉਹ ਪੁਆਇੰਟਸ ਆਪਾਂ ਨੂੰ ਇਹ ਤੋਂ ਮਿਲਣੇ ਚਾਹੀਦੇ ਹੈ। ਇਸ ਤਰ੍ਹਾਂ ਤੁਹਾਡੀ ਜਿਹੜੀ ਹੈਗੀ ਫਾਈਨੈਂਸ਼ੀਅਲ ਸਟੇਟਮੈਂਟ ਚਾਹੀਦੀ ਹੈ। ਦੈਨ ਅਟਰੈਕਟਿਵ कि ਉਹਨੂੰ ਇਸ ਤਰੀਕੇ ਨਾਲ ਪ੍ਰੈਜ਼ੈਂਟ ਕੀਤਾ ਹੋਵੇ ਕਿ ਉਹਨੂੰ ਦੇਖਣ ਵਾਲਾ ਬੜੇ ਤਰੀਕੇ ਨਾਲ ਸਮਝ ਸਕੇ। ਠੀਕ ਹੈ, ਫਾਈਨੈਂਸ਼ੀਅਲ ਸਟੇਟਮੈਂਟ ਸ਼ੁੱਡ ਬੀ ਈਜ਼ੀ,
ਇਹਨੂੰ ਪ੍ਰਪੇਅਰ ਕਰਨਾ ਔਰ ਇਹਨੂੰ ਸਮਝਣਾ ਵੀ ਈਜ਼ੀ ਹੋਣਾ ਚਾਹੀਦਾ ਹੈ ਤਾਂ ਕਿ ਇਹਦੇ ਤੇ ਜਿਹੜਾ ਹੈਗਾ ਦਾ ਕੈਲਕੂਲੇਸ਼ਨ ਵਰਕ ਸ਼ੁੱਡ ਬੀ ਮਿਨੀਮਾਈਜ਼ ਔਰ ਇਸ ਤਰ੍ਹਾਂ ਤਿਆਰ ਕੀਤੀ ਹੋਣੀ ਚਾਹੀਦੀ ਕਿ ਕੈਲਕੂਲੇਸ਼ਨ ਵਰਕ ਵੀ ਮਿਨੀਮਾਈਜ਼ ਹੋਵੇ। ਦੈਨ ਕੰਪੈਰੇਟਿਵ ਮਤਲਬ ਇਹਨੂੰ ਇਸ ਤਰ੍ਹਾਂ ਤਿਆਰ ਕਰ ਸਕੀਏ ਕਿ ਇਹਨੂੰ ਆਪਾਂ ਲਾਸਟ ਈਅਰਸ ਦੇ ਨਾਲੋਂ ਕੰਪੇਅਰ ਕਰ ਸਕੀਏ ਕਿ ਲਾਸਟ ਈਅਰ ਦੀ ਸਟੇਟਮੈਂਟ ਆਪਣੀ ਕਿਸ ਤਰ੍ਹਾਂ ਸੀ, ਇਸ ਤਰ੍ਹਾਂ ਇਸ ਬਾਰ ਕਿਸ ਤਰ੍ਹਾਂ ਹੈਗੀ ਹੈ, ਠੀਕ ਹੈ, ਔਰ ਉਸ ਤੋਂ ਆਪਾਂ ਸਹੀ ਰਿਜ਼ਲਟਸ ਲੈ ਸਕੀਏ, ਠੀਕ ਹੈ। ਐਨਾਲਿਟੀਕਲ ਰਿਪਰੈਜ਼ੈਂਟੇਸ਼ਨ ਕਿ ਜੋ ਮਤਲਬ ਉਹਨੂੰ ਪ੍ਰੋਪਰ ਸਪੈਸੀਫਾਈ ਕੀਤਾ ਹੋਵੇ, ਐਨਾਲਿਟੀਕਲ ਰਿਪਰੈਜ਼ੈਂਟੇਸ਼ਨ ਹੋਵੇ, ਠੀਕ ਹੈ, ਐਨਾਲਿਟੀਕਲੀ ਉਹਨੂੰ ਆਪਾਂ ਰਿਪਰੈਜ਼ੈਂਟ ਕਰ ਸਕੀਏ। ਉਸ ਤੋਂ ਬਾਅਦ ਲਾਸਟ ਆਪਣਾ ਆ ਜਾਂਦਾ ਹੈ ਬਰੀਫ ਕਿ ਇਹਦੀ ਬਿਲਕੁਲ ਪ੍ਰੋਮਪਟ ਡਿਸੀਜ਼ਨ ਜਿਹਤੋਂ ਆਪਾਂ ਈਜ਼ੀਲੀ ਡਿਸੀਜ਼ਨ ਲੈ ਸਕਦੇ ਹੋਈਏ, ਇਸ ਤਰ੍ਹਾਂ ਦੀ ਤੁਹਾਡੀ ਫਾਈਨੈਂਸ਼ੀਅਲ ਸਟੇਟਮੈਂਟ ਹੋਣੀ ਚਾਹੀਦੀ ਹੈ, ਠੀਕ ਹੈ ਬੇਟਾ। ਇਹ ਵਾਲੇ ਤੁਸੀਂ ਇਹਦੇ ਫੀਚਰਸ ਕਰਨੇ ਹੈ। ਨੈਕਸਟ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਨੈਕਸਟ ਟੌਪਿਕ ਸੈਂਡ ਕਰੂੰਗੀ, ਇੰਪੋਰਟੈਂਸ ਆਫ ਫਾਈਨੈਂਸ਼ੀਅਲ ਸਟੇਟਮੈਂਟ। ਟੇਕ ਕੇਅਰ।